17 ਮਾਰਚ 1823 ਇਹ ਕੋਈ ਆਮ ਤਾਰੀਖ ਨਹੀਂ ਸੀ। ਇਹ ਉਹ ਦਿਨ ਸੀ ਜਦੋਂ ਦੱਖਣੀ ਏਸ਼ੀਆ ਦਾ ਨਕਸ਼ਾ ਹਮੇਸ਼ਾ ਲਈ ਬਦਲਣ ਵਾਲਾ ਸੀ। ਸਿਰਫ ਇੱਕ ਦਿਨ ਤੇ ਇੱਕ ਸਾਮਰਾਜ ਦੀ ਪੂਰੀ ਸਰਹੱਦ ਹੀ ਨਵੇਂ ਸਿਰੇ ਤੋਂ ਲਿਖੀ ਗਈ। ਤਾਂ ਸਵਾਲ ਇਹ ਹੈ ਕਿ ਉਸ ਦਿਨ ਹੋਇਆ ਕੀ ਸੀ? ਤੇ ਇੱਥੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਸਿਰਫ ਇੱਕ ਜਿੱਤ ਇੱਕ ਪੂਰੇ ਸਾਮਰਾਜ ਦੀ ਤਕਦੀਰ ਬਦਲ ਸਕਦੀ ਹੈ? ਕੀ ਇੱਕ ਲੜਾਈ ਸਦੀਆਂ ਤੱਕ ਕਾਇਮ ਰਹਿਣ ਵਾਲੀਆਂ ਸਰਹੱਦਾਂ ਖਿੱਚ ਸਕਦੀ ਹੈ? ਚਲੋ ਅੱਜ ਇਸੇ ਗੁੱਥੀ ਨੂੰ ਸੁਲਝਾਉਂਦੇ ਹਾਂ। ਤਾਂ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ 9 ਸ਼ਹਿਰਾਂ ਦੀ ਜਿੱਤ ਤੋਂ। ਇਹ ਕੋਈ ਮਾਮੂਲੀ ਲੜਾਈ ਨਹੀਂ ਸੀ, ਬਲਕਿ ਇਹ ਉਹ ਨੀਂਹ ਪੱਥਰ ਸੀ ਜਿਸ ਤੇ ਇੱਕ ਨਵੇਂ ਇਤਿਹਾਸ ਦੀ ਇਮਾਰਤ ਖੜੀ ਹੋਣੀ ਸੀ। ਤਾਂ ਦੇਖੋ, ਲੜਾਈ ਦੇ ਮੈਦਾਨ ਵਿੱਚ ਦੋ ਵੱਡੀਆਂ ਤਾਕਤਾਂ ਇੱਕ ਦੂਜੇ ਦੇ ਸਾਹਮਣੇ ਖੜੀਆਂ ਸਨ। ਇੱਕ ਪਾਸੇ ਸੀ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਫੁੱਲਦਾ ਸਿੱਖ ਸਾਮਰਾਜ, ਜੋ ਆਪਣੀਆਂ ਸਰਹੱਦਾਂ ਨੂੰ ਹੋਰ ਪੱਕਾ ਕਰਨਾ ਚਾਹੁੰਦਾ ਸੀ, ਤੇ ਦੂਜੇ ਪਾਸੇ ਖੈਬਰ ਦੇ ਪਾੜ ਤੋਂ ਆਈਆਂ ਤਕੜੀਆਂ ਪਠਾਨ ਫੌਜਾਂ, ਜਿਨ੍ਹਾਂ ਦਾ ਇਸ ਇਲਾਕੇ ਤੇ ਪੂਰਾ ਦਬਦਬਾ ਸੀ। ਸੋ ਇਹ ਸਿਰਫ ਜ਼ਮੀਨ ਦੀ ਲੜਾਈ ਨਹੀਂ ਸੀ, ਇਹ ਇਸ ਗੱਲ ਦੀ ਲੜਾਈ ਸੀ ਕਿ ਇਸ ਖੇਤਰ ਤੇ ਰਾਜ ਕੌਣ ਕਰੇਗਾ। ਤੇ ਫਿਰ ਨਤੀਜਾ ਕੀ ਨਿਕਲਿਆ? ਇੱਕ ਐਸੀ ਜਿੱਤ ਜਿਸ ਨੇ ਸਭ ਕੁਝ ਤੈਅ ਕਰ ਦਿੱਤਾ। ਦੇਖੋ, 9 ਸ਼ਹਿਰਾਂ ਵਿੱਚ ਸਿੱਖ ਫੌਜਾਂ ਨੇ ਸਿਰਫ ਲੜਾਈ ਹੀ ਨਹੀਂ ਜਿੱਤੀ, ਉਹਨਾਂ ਨੇ ਤਾਂ ਵਿਰੋਧੀਆਂ ਦੇ ਹੌਸਲੇ ਹੀ ਪਸਤ ਕਰ ਦਿੱਤੇ। ਤੇ ਇਸੇ ਜਿੱਤ ਨੇ ਸਹੀ ਮਾਇਨਿਆਂ ਵਿੱਚ ਪੇਸ਼ਾਵਰ ਦੇ ਬੰਦ ਦਰਵਾਜ਼ੇ ਖੋਲ੍ਹ ਦਿੱਤੇ ਸਨ। ਹੁਣ 9 ਸ਼ਹਿਰਾਂ ਦੀ ਜਿੱਤ ਤੋਂ ਬਾਅਦ ਜੋ ਹੋਇਆ, ਉਹ ਸੀ ਅਸਲ ਮੀਲ ਪੱਥਰ, ਯਾਨੀ ਕਿ ਪੇਸ਼ਾਵਰ। ਇਹ ਉਹ ਮੰਜ਼ਿਲ ਸੀ ਜਿਸ ਲਈ ਇਹ ਸਾਰੀ ਜੰਗ ਲੜੀ ਗਈ ਸੀ। ਇਹ ਗੱਲ ਹੈ ਸਾਲ 1823 ਦੀ। ਇਤਿਹਾਸ ਵਿੱਚ ਕੁਝ ਸਾਲ ਸਿਰਫ ਕੈਲੰਡਰ ਦੇ ਪੰਨੇ ਨਹੀਂ ਹੁੰਦੇ, ਉਹ ਇੱਕ ਪੂਰੇ ਯੁੱਗ ਦਾ ਮੋੜ ਬਣ ਜਾਂਦੇ ਨੇ। ਤੇ ਸਿੱਖ ਸਾਮਰਾਜ ਲਈ 1823 ਬਿਲਕੁਲ ਉਹੀ ਸਾਲ ਸਾਬਤ ਹੋਇਆ। ਜ਼ਰਾ ਸੋਚੋ ਕਿ ਕਿੰਨੀ ਤੇਜ਼ੀ ਨਾਲ ਸਭ ਕੁਝ ਹੋਇਆ। ਸਾਲ 1823 ਦੀ ਸ਼ੁਰੂਆਤ ਹੁੰਦੀ ਹੈ 9 ਸ਼ਹਿਰਾਂ ਦੀ ਘਮਾਸਾਨ ਲੜਾਈ ਨਾਲ, ਤੇ ਕੁਝ ਹੀ ਹਫ਼ਤਿਆਂ ਦੇ ਅੰਦਰ-ਅੰਦਰ 17 ਮਾਰਚ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਜਿੱਤ ਦਾ ਝੰਡਾ ਲੈ ਕੇ ਪੇਸ਼ਾਵਰ ਵਿੱਚ ਦਾਖਲ ਹੋ ਰਹੀ ਸੀ। ਇਹ ਬਿਲਕੁਲ ਇੱਕ ਡੋਮੀਨੋ ਇਫੈਕਟ ਵਾਂਗ ਸੀ। ਇੱਕ ਜਿੱਤ ਨੇ ਦੂਜੀ ਵੱਡੀ ਜਿੱਤ ਦਾ ਰਾਹ ਪੱਧਰਾ ਕਰ ਦਿੱਤਾ। ਪਰ ਇੱਕ ਮਿੰਟ ਰੁਕੋ, ਪੇਸ਼ਾਵਰ ਤੇ ਕਬਜ਼ਾ ਸਿਰਫ ਇੱਕ ਸ਼ਹਿਰ ਜਿੱਤਣ ਤੱਕ ਸੀਮਿਤ ਨਹੀਂ ਸੀ। ਨਹੀਂ, ਇਸ ਦੇ ਮਾਇਨੇ ਬਹੁਤ ਡੂੰਘੇ ਸਨ। ਇਹ ਇੱਕ ਨਵੀਂ ਸਰਹੱਦ ਬਣਾਉਣ ਬਾਰੇ ਸੀ, ਇੱਕ ਐਸੀ ਰਣਨੀਤਿਕ ਚਾਲ ਜਿਸ ਨੇ ਆਉਣ ਵਾਲੇ ਕਈ ਦਹਾਕਿਆਂ ਲਈ ਸਾਮਰਾਜ ਦਾ ਭਵਿੱਖ ਲਿਖ ਦਿੱਤਾ। ਇਸ ਨੂੰ ਸਮਝਣ ਲਈ ਸਾਨੂੰ ਰਣਨੀਤਿਕ ਸਰਹੱਦ ਦੇ ਮਤਲਬ ਨੂੰ ਸਮਝਣਾ ਪਵੇਗਾ। ਦੇਖੋ, ਇਹ ਨਕਸ਼ੇ ਤੇ ਖਿੱਚੀ ਕੋਈ ਆਮ ਲਕੀਰ ਨਹੀਂ ਹੁੰਦੀ। ਇਸ ਨੂੰ ਇੱਕ ਮਜ਼ਬੂਤ ਕਿਲੇ ਦੀ ਦੀਵਾਰ ਸਮਝੋ। ਖਾਸ ਕਰਕੇ ਖੈਬਰ ਦर्रा ਇਹ ਪਹਾੜਾਂ ਦੇ ਵਿੱਚੋਂ ਲੰਘਣ ਵਾਲਾ ਇੱਕ ਕੁਦਰਤੀ ਗੇਟਵੇ ਸੀ, ਜਿਸ ਦਾ ਇਸ ਤੇ ਕੰਟਰੋਲ ਹੋ ਗਿਆ। ਸਮਝੋ ਵਪਾਰ ਦੇ ਰਸਤੇ ਉਸ ਦੇ ਹੱਥ ਆ ਗਏ। ਬਾਹਰੋਂ ਆਉਣ ਵਾਲੇ ਹਮਲਾਵਰਾਂ ਨੂੰ ਰੋਕਣ ਦੀ ਤਾਕਤ ਮਿਲ ਗਈ। ਸੋ ਪੇਸ਼ਾਵਰ ਤੇ ਕਬਜ਼ਾ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਅਸਲ ਵਿੱਚ ਇਸ ਪੂਰੇ ਗੇਟਵੇ ਦੀਆਂ ਚਾਬੀਆਂ ਹੀ ਆਪਣੇ ਹੱਥਾਂ ਵਿੱਚ ਲੈ ਲਈਆਂ ਸਨ। ਅਤੇ 17 ਮਾਰਚ 1823 ਨੂੰ ਜੋ ਹੋਇਆ, ਉਸ ਦਾ ਅਸਰ ਕੁਝ ਦਿਨਾਂ ਜਾਂ ਮਹੀਨਿਆਂ ਤੱਕ ਨਹੀਂ ਰਿਹਾ। ਨਹੀਂ, ਇਸ ਦੀ ਗੂੰਜ ਦਹਾਕਿਆਂ ਤੱਕ ਸੁਣਾਈ ਦਿੱਤੀ। ਇਹ ਇੱਕ ਐਸੀ ਵਿਰਾਸਤ ਦੀ ਸ਼ੁਰੂਆਤ ਸੀ ਜੋ ਲੰਮਾ ਸਮਾਂ ਚੱਲਣ ਵਾਲੀ ਸੀ। ਤਾਂ ਫਿਰ ਇਸ ਸਭ ਦਾ ਲੰਬੇ ਸਮੇਂ 'ਚ ਕੀ ਅਸਰ ਪਿਆ? ਆਓ ਦੇਖੀਏ। ਸਭ ਤੋਂ ਪਹਿਲੀ ਗੱਲ, ਸਿੱਖ ਸਾਮਰਾਜ ਦਾ ਝੰਡਾ ਹੁਣ ਖੈਬਰ ਦर्रे ਤੇ ਸ਼ਾਨ ਨਾਲ ਲਹਿਰਾ ਰਿਹਾ ਸੀ, ਜੋ ਕਿ ਉਸ ਸਮੇਂ ਇੱਕ ਬਹੁਤ ਵੱਡੀ ਗੱਲ ਸੀ। ਦੂਜਾ, ਇੱਕ ਮਜ਼ਬੂਤ ਰਣਨੀਤਿਕ ਸਰਹੱਦ ਬਣ ਗਈ, ਜਿਸ ਕਰਕੇ ਸਾਮਰਾਜ ਪੱਛਮੀ ਵਾਲੇ ਪਾਸਿਓਂ ਕਾਫੀ ਹੱਦ ਤੱਕ ਸੁਰੱਖਿਅਤ ਹੋ ਗਿਆ। ਅਤੇ ਸਭ ਤੋਂ ਜ਼ਰੂਰੀ ਗੱਲ ਇਹ ਹੋਈ ਕਿ ਇਸ ਕਦਮ ਨੇ ਆਉਣ ਵਾਲੇ ਕਈ ਦਹਾਕਿਆਂ ਲਈ ਇਸ ਪੂਰੇ ਖੇਤਰ ਵਿੱਚ ਸਿੱਖ ਰਾਜ ਨੂੰ ਮਜ਼ਬੂਤੀ ਨਾਲ ਸਥਾਪਿਤ ਕਰ ਦਿੱਤਾ। ਇਸ ਲਈ ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਦੀ ਪੇਸ਼ਾਵਰ ਜਿੱਤ ਦਾ ਜ਼ਿਕਰ ਆਉਂਦਾ ਹੈ, ਤਾਂ ਇਹ ਸਾਨੂੰ ਸਾਰਿਆਂ ਨੂੰ ਇੱਕ ਵੱਡੇ ਸਵਾਲ ਤੇ ਸੋਚਣ ਲਈ ਮਜਬੂਰ ਕਰਦਾ ਹੈ। ਆਖਿਰ ਇੱਕ ਸਰਹੱਦ ਹੁੰਦੀ ਕੀ ਹੈ? ਕੀ ਇਹ ਸਿਰਫ ਨਕਸ਼ੇ ਤੇ ਖਿੱਚੀ ਇੱਕ ਲਕੀਰ ਹੈ, ਜਾਂ ਫਿਰ ਇਹ ਕਿਸੇ ਸਾਮਰਾਜ ਦੇ ਦ੍ਰਿੜ ਇਰਾਦੇ, ਉਸ ਦੀ ਡੂੰਘੀ ਰਣਨੀਤੀ ਅਤੇ ਉਸ ਦੀ ਛੱਡੀ ਹੋਈ ਵਿਰਾਸਤ ਦਾ ਇੱਕ ਜਿਉਂਦਾ ਜਾਗਦਾ ਸਬੂਤ ਹੁੰਦੀ ਹੈ?